ਚਾਹਾਂਗੀ ਕਿ ਤੁਹਾਨੂੰ ਤੇ ਚਲੋ ਜੋ ਵੀ ਧਿਆਨ ਲਗਾਉਣ ਵਾਸਤੇ ਮਨ ਕਰਦਾ ਹੈ ਜਾਂ ਨਹੀਂ ਕਰਦਾ, ਪਰ ਮੈਨੂੰ ਪਤਾ ਹੈ ਕਿ ਤੁਹਾਡੇ ਸਾਰਿਆਂ ਨਾਲ ਜਦੋਂ ਧਿਆਨ ਲਗਾਇਆ ਜਾਂਦਾ ਹੈ ਤੇ ਕਿਸੇ ਨਾ ਕਿਸੇ ਆਤਮਾ ਦੇ ਪੈਰਾਂ ਦੇ ਪਿੱਛੇ ਬਾਕੀ ਸਾਰਿਆਂ ਦਾ ਵੀ ਬਹੁਤ ਕੁਝ ਖੁੱਲ੍ਹ ਜਾਂਦਾ ਹੈ। ਸੋ ਜਦੋਂ ਵੀ ਸਾਨੂੰ ਇੱਕ ਗਰੁੱਪ ਦੇ ਅੰਦਰ, ਉਹ ਵੀ ਉਹ ਗਰੁੱਪ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਨੇ, ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ ਹੈ, ਅਗਰ ਉਸ ਗਰੁੱਪ ਦੇ ਵਿੱਚ ਬੈਠ ਕੇ ਸਾਨੂੰ ਅਭਿਆਸ ਕਰਨ ਦਾ ਮੌਕਾ ਮਿਲੇ ਤੇ ਮੇਰੇ ਵਾਸਤੇ ਇਸ ਟਾਈਮ ਦੁਨੀਆ ਵਿੱਚ ਇਸ ਤੋਂ ਵੱਡਾ ਕੋਈ ਗਿਫਟ ਨਹੀਂ ਹੈ। ਦਿਸ ਇਜ਼ ਹਾਊ ਆਈ ਫੀਲ। ਸੋ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਰਦੀ ਹਾਂ, ਤੁਸੀਂ ਸਾਰੇ ਇਕੱਠੇ ਹੋਏ ਹੋ ਔਰ ਅਸੀਂ ਇੱਕ ਦੂਸਰੇ ਦੇ ਸਾਨਿਧਯ ਵਿੱਚ, ਇੱਕ ਦੂਸਰੇ ਦੀ ਸੰਗਤੀ ਵਿੱਚ ਫਿਰ ਪਰਮਾਤਮਾ ਨੂੰ ਪੁਕਾਰਾਂਗੇ। ਔਰ ਥੋੜ੍ਹੇ ਜਿਹੇ ਵਰਡਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਜ਼ਿੰਦਗੀ 'ਚ ਜਦੋਂ ਅਸੀਂ ਆਏ ਸੀ ਨਾ, ਮਨੁੱਖੇ ਜਨਮ ਜਦੋਂ ਸਾਨੂੰ ਮਿਲਿਆ, ਇਨਸਾਨੀ ਜਾਮਾ ਮਿਲਿਆ ਸੀ, ਅਸੀਂ ਕਹਿੰਦੇ ਨੇ ਪਰਮਾਤਮਾ ਨੇ ਜਦੋਂ ਸਾਨੂੰ ਭੇਜਿਆ ਸੀ, ਅਸੀਂ ਗਰਭ ਦੇ ਵਿੱਚ ਉਲਟੇ ਲਟਕੇ ਸੀ ਅਤੇ ਅਸੀਂ ਰੋਜ਼ ਪਰਮਾਤਮਾ ਨੂੰ ਆਵਾਜ਼ ਦਿੰਦੇ ਸੀ ਕਿ ਸਾਨੂੰ ਇਸ ਨਰਕ ਵਿੱਚੋਂ ਬਾਹਰ ਕੱਢ, ਅਤੇ ਅਸੀਂ ਧਰਤੀ 'ਤੇ ਜਾ ਕੇ ਤੇਰਾ ਨਾਮ ਜਪਾਂਗੇ। ਇਹ ਤੁਸੀਂ ਕਾਫੀ ਸਾਧਕਾਂ ਨੇ ਇਸ ਗੱਲ ਨੂੰ ਸੁਣਿਆ ਹੋਏਗਾ, ਠੀਕ ਹੈ। ਫਿਰ ਜਿਉਂ ਹੀ ਅਸੀਂ ਧਰਤੀ 'ਤੇ ਆਉਂਦੇ ਹਾਂ, ਇੱਥੇ ਮਾਇਆ ਨੂੰ ਡਿਊਟੀ ਮਿਲੀ ਹੋਈ ਹੈ, ਕਿਉਂਕਿ ਅਸੀਂ ਇੰਨੇ ਪਵਿੱਤਰ ਹਾਂ ਆਤਮਾ ਤੌਰ 'ਤੇ ਕਿ ਅਸੀਂ ਧਰਤੀ 'ਤੇ ਰਹਿ ਨਹੀਂ ਸਕਦੇ। ਜਿਸ ਤਰ੍ਹਾਂ ਹਵਾ ਹੈ ਨਾ, ਉੱਪਰ ਨੂੰ ਉੱਠਦੀ ਹੈ, ਧੂੰਆਂ ਹੈ ਉੱਪਰ ਨੂੰ ਉੱਠਦਾ, ਜੋ ਜਿੰਨਾ ਲਾਈਟ ਹੁੰਦਾ ਜਾਂਦਾ ਆਟੋਮੈਟਿਕਲੀ ਉੱਪਰ ਉੱਠਦਾ ਜਾਂਦਾ। ਤੁਸੀਂ ਜਦੋਂ ਆਪਣੀ ਪਿਓਰ ਅਵਸਥਾ 'ਚ ਹੁੰਦੇ ਹੋ, ਆਤਮਿਕ ਅਵਸਥਾ 'ਚ ਹੁੰਦੇ ਹੋ, ਤੁਸੀਂ ਇੰਨੇ ਕੁ ਪਿਓਰ, ਇੰਨੇ ਕੁ ਲਾਈਟ ਹੋ ਜਾਂਦੇ ਹੋ ਕਿ ਤੁਸੀਂ ਧਰਤੀ 'ਤੇ ਰਹਿ ਨਹੀਂ ਸਕਦੇ। ਤੁਹਾਨੂੰ ਧਰਤੀ 'ਤੇ ਰੱਖਣ ਵਾਸਤੇ ਮਾਇਆ ਦੀ ਡਿਊਟੀ ਲੱਗੀ ਹੈ ਪਰਮਾਤਮਾ ਵੱਲੋਂ ਕਿ ਸਾਨੂੰ ਪ੍ਰਪੰਚਾਂ ਵਿੱਚ ਪਾ ਕੇ ਰੱਖ। ਮੈਂ ਕੁਛ ਵਰਡਸ ਹਿੰਦੀ ਦੇ ਬੋਲ ਰਹੀ ਹਾਂ, ਆਟੋਮੈਟਿਕਲੀ ਮੇਰੇ ਮੂੰਹ ਤੋਂ ਨਿਕਲਦੇ ਨੇ। ਆਈ ਟਰਾਈ ਮੈਂ ਉਹਨੂੰ ਇੰਗਲਿਸ਼ ਔਰ ਪੰਜਾਬੀ 'ਚ ਵੀ ਐਕਸਪਲੇਨ ਕਰਾਂ। ਪ੍ਰਪੰਚ ਕੀ ਹੁੰਦੇ ਨੇ? ਜਿਹੜੇ ਇੱਕ ਫੋਰਮੈਲਿਟੀਜ਼, ਇੱਕ ਰਿਚੁਅਲਸ, ਇੱਕ ਨੋਰਮਸ ਨਹੀਂ ਬਣੇ ਹੋਏ ਸਮਾਜ ਦੇ ਅੰਦਰ, ਧਰਤੀ ਦੇ ਉੱਪਰ, ਕਿ ਜਨਮ ਲਿਆ ਅਤੇ ਇਹ ਵੇਲੇ ਸਾਡੇ ਪਰਿਵਾਰ 'ਚ ਰਸਮੋ ਰਿਵਾਜ਼ ਹੁੰਦੇ ਨੇ, ਬੱਚਾ ਵੱਡਾ ਹੋਇਆ ਅਤੇ ਉਹਨੂੰ ਸਕੂਲਾਂ 'ਚ ਪਾਉਣਾ ਹੈ, ਹੋਰ ਵੱਡਾ ਹੋਇਆ ਅਤੇ ਰਿਸ਼ਤੇ ਕਰਨੇ ਹੈ, ਹੋਰ ਵੱਡਾ ਹੋਇਆ ਕੰਮ ਕਰਨਾ ਹੈ, ਹੋਰ ਵੱਡਾ ਹੋਇਆ ਵਿਆਹ ਕਰਨੇ ਹੈ, ਬੱਚੇ ਕਰਨੇ। ਪ੍ਰਪੰਚ ਹੀ ਤਾਂ ਹੈ। ਕੌਣ ਹੈ ਜਿਹੜਾ ਪੂਰੀ ਤਰ੍ਹਾਂ ਇਹਨਾਂ ਰਿਚੁਅਲਸ ਵਿੱਚ ਸੁਖੀ ਹੈ? ਹੱਥ ਖੜਾ ਕਰਕੇ ਦਿਖਾ ਦਿਓ, ਮੈਂ ਇੱਕ ਵਾਰ ਨਮਸਕਾਰ ਕਰਨਾ ਚਾਹੁੰਦੀ ਹਾਂ। ਨਹੀਂ, ਮਜ਼ਾਕ ਨਹੀਂ ਹੈ, ਸੀਰੀਅਸਲੀ। ਬਚਪਨ ਤੋਂ ਲੈ ਕੇ ਅੱਜ ਤੱਕ ਤੁਸੀਂ ਕਦੀ ਪੂਰੀ ਤਰ੍ਹਾਂ ਕੰਪਲੀਟਲੀ ਹੈਪੀ ਫੀਲ ਕੀਤਾ ਹੋਵੇ ਇਸ ਦੁਨੀਆਦਾਰੀ ਦੇ ਰਿਵਾਜ਼ਾਂ ਦੇ ਅੰਦਰ? ਤੇ ਪਲੀਜ਼ ਇੱਕ ਵਾਰ ਹੱਥ ਖੜਾ ਕਰੋ। ਮੈਂ ਨਹੀਂ ਕੀਤਾ, ਇਸ ਕਾਰਨ ਮੈਂ ਕਹਿ ਰਹੀ ਹਾਂ। ਔਰ ਇਹੀ ਦੁਨੀਆ ਦਾ ਸੱਚ ਵੀ ਹੈ, ਪਤਾ ਸਾਨੂੰ ਵੀ ਹੈ, ਪਰ ਅਸੀਂ ਚੱਲਦੇ ਹਾਂ ਕਿਉਂਕਿ ਮਾਇਆ ਆਪਣਾ ਕੰਮ ਕਰ ਰਹੀ ਹੈ। ਲੇਕਿਨ ਕਿਉਂਕਿ ਆਤਮਾ ਪਰਮਾਤਮਾ ਦਾ ਅੰਸ਼ ਹੈ, ਅਤੇ ਆਤਮਾ ਜਦੋਂ ਧਰਤੀ 'ਤੇ ਆਉਂਦੀ ਹੈ, ਉਹ ਖੁਸ਼ੀ ਨਾਲ ਨਹੀਂ ਆਉਂਦੀ। ਪਰਮਾਤਮਾ ਉਸਨੂੰ ਭੇਜਦਾ ਹੈ ਆਪਣੇ ਆਪ ਨੂੰ ਡਿਸਕਵਰ ਕਰਨ ਲਈ, ਗਰੋ ਕਰਨ ਲਈ, ਤਾਂ ਕਿ ਤੂੰ ਮੇਰੀ ਤਰ੍ਹਾਂ ਬਣ ਕੇ ਫਿਰ ਵਾਪਸ ਆਏ। ਉਸ ਦੇ ਵਾਸਤੇ ਬਹੁਤ ਜ਼ਰੂਰੀ ਹੈ ਅਸੀਂ ਆਪਣੇ ਆਪ ਨੂੰ ਸਮਝੀਏ। ਲੇਕਿਨ ਕਿਉਂਕਿ ਮਾਇਆ ਪਰਮਾਤਮਾ ਤੋਂ ਬਾਅਦ ਕਹਿੰਦੇ ਅਗਰ ਕੋਈ ਤਾਕਤ ਹੈ ਤਾਂ ਉਹ ਮਾਇਆ ਦੀ ਹੀ ਤਾਕਤ ਹੈ, ਸੈਕਿੰਡ ਨੰਬਰ। ਜਦ ਅਸੀਂ ਉਸ ਦੇ ਮਾਇਆ ਜਾਲ ਵਿੱਚ ਆ ਜਾਂਦੇ ਹਾਂ, ਜੋ ਕਿ ਬਹੁਤ ਖੂਬਸੂਰਤ ਹੈ, ਬਹੁਤ ਸਕੂਨ ਵੀ ਦਿੰਦਾ ਹੈ, ਅਤੇ ਉਹਦੇ ਵਿੱਚੋਂ ਨਿਕਲਣ ਦਾ ਰਸਤਾ ਕੀ ਹੈ? ਮੇਰੇ ਵਿੱਚ ਜਾਂ ਤੁਹਾਡੇ ਵਿੱਚ ਤਾਕਤ ਹੈ ਕਿ ਅਸੀਂ ਉਸ ਦੇ ਵਿੱਚੋਂ ਨਿਕਲ ਸਕੀਏ? ਜੇ ਹੁੰਦੀ ਤਾਂ ਜ਼ਰੂਰ ਅੱਜ ਤੱਕ ਬਹੁਤ ਲੋਕ ਨਿਕਲ ਚੁੱਕੇ ਹੁੰਦੇ, ਕਿਉਂਕਿ ਪਰਮਾਤਮਾ ਨੇ ਕਿੰਨਾ ਖੂਬਸੂਰਤ ਦਿਮਾਗ ਦਿੱਤਾ ਇਨਸਾਨ ਨੂੰ। ਤੁਸੀਂ ਰੌਕਟ ਬਣਾ ਕੇ ਦੂਸਰੇ ਪਲੈਨਟਸ 'ਤੇ ਚਲੇ ਗਏ ਹੋ, ਅਤੇ ਕਿਆ ਤੁਸੀਂ ਆਪਣੇ ਆਪ ਨੂੰ ਸਮਝਣ ਦੀ ਤਾਕਤ ਨਹੀਂ ਰੱਖਦੇ? ਪਰ ਕੋਈ ਤਾਂ ਫੋਰਸ ਹੈ ਜੋ ਤੁਹਾਡਾ ਧਿਆਨ ਉੱਧਰ ਨਹੀਂ ਜਾਣ ਦੇ ਰਹੀ। ਫਿਰ ਆਤਮਾ ਨੇ ਪਰਮਾਤਮਾ ਤੋਂ ਪੁੱਛਿਆ ਕਿ ਜੇ ਮੈਂ ਧਰਤੀ 'ਤੇ ਗਈ ਔਰ ਮੇਰਾ ਦਿਲ ਨਾ ਲੱਗਿਆ, ਮੈਂ ਤੇਰੇ ਕੋਲ ਵਾਪਸ ਆਉਣਾ, ਅਤੇ ਮੇਰੇ ਲਈ ਸਾਧਨ ਕੀ ਹੈ? ਪਰਮਾਤਮਾ ਨੇ ਉਸ ਸਮੇਂ ਆਤਮਾ ਨੂੰ ਆਸ਼ਵਾਸਨ ਦਿੱਤਾ ਸੀ, ਇੱਕ ਅਸ਼ੋਰੈਂਸ ਦਿੱਤੀ ਸੀ ਕਿ ਤੈਨੂੰ ਜਦੋਂ ਮੈਂ ਸਮਝਾਂਗਾ ਕਿ ਤੂੰ ਮੇਰੇ ਰਸਤੇ 'ਤੇ ਆਉਣ ਦੇ ਲਾਇਕ ਹੋ ਗਈ ਹੈ ਆਤਮਾ, ਤੇਰਾ ਮਿਲਾਨ ਮੈਂ ਇੱਕ ਪੂਰਨ ਗੁਰੂ ਦੇ ਨਾਲ ਕਰਵਾਵਾਂਗਾ। ਸਿਰਫ ਉਸ ਗੁਰੂ ਦੇ ਅੰਦਰ
ਮੇਰੀ ਦਿੱਤੀ ਹੋਈ ਉਹ ਤਾਕਤ ਹੋਏਗੀ ਜਿਹੜੀ ਤੈਨੂੰ ਬੜੇ ਪਿਆਰ ਦੇ ਨਾਲ ਸਾਰੇ ਪ੍ਰਪੰਚਾਂ ਵਿੱਚੋਂ ਧੀਰੇ ਧੀਰੇ ਬਾਹਰ ਕੱਢ ਕੇ ਮੇਰਾ ਰਸਤਾ ਯਾਦ ਕਰਵਾਏਗੀ। ਨਾ ਸਿਰਫ ਯਾਦ ਕਰਵਾਏਗੀ, ਤੈਨੂੰ ਯੁਕਤੀ ਵੀ ਦੇਗੀ ਕਿ ਮੇਰੇ ਕੋਲ ਵਾਪਸ ਆਣਾ ਕਿਸ ਤਰ੍ਹਾਂ ਹੈ। ਲੇਕਿਨ ਇਹ ਸਭ ਤੇਰੀ ਆਪਣੀ ਇੱਛਾ ਦੇ ਨਾਲ ਹੋਏਗਾ। ਜਿੱਦਾਂ ਇੱਕ ਬੱਚਾ ਪਲੇਗਰਾਊਂਡ 'ਚ ਜਾਂਦਾ ਹੈ ਨਾ ਖੇਲਣ ਵਾਸਤੇ, ਉਹ ਅਲਾਊਡ ਹੁੰਦਾ ਕੁਝ ਵੀ ਖੇਲ ਲੇ, ਪਾਰਕ ਵਿੱਚ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦੇ ਬੱਚੇ ਹਾਂ, ਅਸੀਂ ਸੰਸਾਰ ਵਿੱਚ ਆਏ ਹਾਂ, ਅਸੀਂ ਅਲਾਊਡ ਹਾਂ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਆਪਣੇ ਨਾਲ। ਜੋ ਸੋਚ ਲਓ, ਜੋ ਕਰਨਾ ਚਾਹੋ, ਉੱਥੇ ਹੀ ਰਸਤੇ ਖੁੱਲ੍ਹੇ ਮਿਲਣਗੇ, ਕਿਉਂਕਿ ਅਸੀਂ ਪਰਮਾਤਮਾ ਦਾ ਅੰਸ਼ ਹਾਂ। ਲੇਕਿਨ ਸੱਚ ਇਹੀ ਹੈ, ਕੁਛ ਵੀ ਕਰ ਲਓ, ਕੋਈ ਪ੍ਰੋਫੈਸ਼ਨ ਲੈ ਲਓ, ਕੋਈ ਪਰਸਨਲ ਲਾਈਫ ਦੇ ਅਚੀਵਮੈਂਟਸ ਲੈ ਲਓ, ਇੱਕ ਪੁਆਇੰਟ ਆਉਂਦਾ ਹੈ ਜਦੋਂ ਤੁਸੀਂ ਆਟੋਮੈਟਿਕਲੀ ਸੋਚਣ ਲੱਗ ਜਾਂਦੇ ਹੋ, ਵਾਟ ਨੈਕਸਟ। ਮੈਂ ਬਹੁਤ ਖੁਸ਼ ਸੀ, ਪਰ ਮੈਂ ਹੁਣ ਖੁਸ਼ ਕਿਉਂ ਨਹੀਂ ਹਾਂ, ਮੈਨੂੰ ਹੋਰ ਕੀ ਚਾਹੀਦਾ ਹੈ। ਤੁਸੀਂ ਅੱਜ ਸ਼ਾਪਿੰਗ ਕਰਕੇ ਆਓ, 1 ਮਹੀਨੇ ਬਾਅਦ ਤੁਸੀਂ ਸੋਚਣਾ ਹੈ ਕੁਛ ਹੋਰ ਚਾਹੀਦਾ ਹੈ। ਤੁਸੀਂ ਕਿੰਨੀ ਪਾਰਟੀਜ਼ ਕਰ ਲਓ, ਕਿੰਨੀ ਆਊਟਿੰਗਸ ਕਰ ਲਓ, ਫਿਰ ਤੁਸੀਂ ਬੈਠ ਕੇ ਨੈਕਸਟ ਪਲਾਨ ਕਰ ਰਹੇ ਹੁੰਦੇ ਹੋ। ਜੇ ਤੁਹਾਨੂੰ ਉਹ ਖੁਸ਼ੀ ਮਿਲ ਸਕਦੀ ਸੀ ਇਹਨਾਂ ਐਕਟੀਵਿਟੀਜ਼ ਦੇ ਵਿੱਚ, ਤਾਂ ਫਿਰ ਤੁਸੀਂ ਨੈਕਸਟ ਨੂੰ ਨਹੀਂ ਲੋਚਦੇ ਹੋ, ਕਿਉਂਕਿ ਤੁਹਾਡੇ ਅੰਦਰ ਜੋ ਉਹ ਉੱਤਮ ਤੱਤਵ ਹੈ, ਇੱਕ ਅੰਸ਼ ਹੈ, ਇੱਕ ਐਲੀਮੈਂਟ ਹੈ ਪਰਮਾਤਮਾ ਦਾ, ਡਿਵਾਈਨ ਐਲੀਮੈਂਟ ਹੈ, ਜਿਹਨੂੰ ਤੁਸੀਂ ਆਤਮਾ ਕਹਿੰਦੇ ਹੋ, ਉਹ ਕਦੀ ਵੀ ਸਟਿਲ ਨਹੀਂ ਬੈਠ ਸਕਦਾ। ਉਹ ਬਣਿਆ ਹੀ ਗਰੋ ਅਤੇ ਐਕਸਪੈਂਡ ਕਰਨ ਲਈ ਹੈ, ਔਰ ਉਸ ਨੂੰ ਸਿਰਫ ਔਰ ਸਿਰਫ ਗੁਰੂ ਸਮਝ ਸਕਦਾ ਹੈ, ਹੋਰ ਕੋਈ ਨਹੀਂ। ਔਰ ਜੇ ਤੁਹਾਨੂੰ ਇੱਕ ਪੂਰਨ ਸਤਿਗੁਰੂ ਮਿਲਿਆ ਹੈ, ਸਭ ਤੋਂ ਵੱਡੀ ਬਲੈਸਿੰਗ ਹੈ, ਕਿਉਂਕਿ ਅਸੀਂ ਤਾਂ ਆਪਣੇ ਆਪ ਨੂੰ ਹੀ ਨਹੀਂ ਸਮਝਦੇ। ਡਾਕਟਰ ਕੋਲ ਜਾਣਾ ਪੈਂਦਾ, ਈਵਨ ਫਿਜ਼ੀਕਲ ਲੈਵਲ 'ਤੇ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇੱਦਾਂ ਹੋ ਰਿਹਾ ਹੈ, ਡਾਕਟਰ ਸਾਹਿਬ ਕਿਉਂ ਹੋ ਰਿਹਾ ਹੈ। ਤੁਹਾਨੂੰ ਡਾਕਟਰ ਸਮਝਾਉਂਦੇ ਨੇ ਕਿ ਤੁਹਾਡੀ ਇਹ ਜਿਹੜੀ 50 ਸਾਲ 60 ਸਾਲ 70 ਸਾਲ ਓਲਡ ਬੋਡੀ ਹੈ, ਉਹਦੇ ਨਾਲ ਕੀ ਹੋ ਰਿਹਾ ਹੈ। ਔਰ ਤੁਹਾਨੂੰ ਇਹ ਗੱਲ ਤਾਂ ਪਤਾ ਹੋਏਗੀ, ਆਮ ਸ਼ੋਰ ਤੁਸੀਂ ਸਤਸੰਗ 'ਚ ਸੁਣੀ ਹੋਏਗੀ, ਅਸੀਂ ਸਿਰਫ ਸਰੀਰ ਨਹੀਂ ਹਾਂ, ਅਸੀਂ ਸਿਰਫ ਸਰੀਰ ਨਹੀਂ ਹਾਂ। ਤੁਹਾਨੂੰ ਪਤਾ ਸਾਡੇ ਕਿੰਨੀ ਤਰ੍ਹਾਂ ਦੇ ਸਰੀਰ ਹੁੰਦੇ ਨੇ? ਐਨੀਬਡੀ? ਯੈਸ? ਨਹੀਂ, ਕਿਤਨੇ ਸਰੀਰ ਹੈ? ਤੁਹਾਨੂੰ ਪਤਾ ਅਸੀਂ ਜਿਹੜੀ ਡਿਜ਼ੀਜ਼ ਲੈ ਕੇ ਘੁੰਮਦੇ ਹਾਂ, ਉਹ ਵੀ ਸਾਡੀਆਂ ਹਮੇਸ਼ਾ ਫਿਜ਼ੀਕਲ ਲੈਵਲ 'ਤੇ ਨਹੀਂ ਹੁੰਦੀਆਂ, ਕਿਉਂਕਿ ਫਿਜ਼ੀਕਲੀ ਤੁਸੀਂ ਐਕਸਰਸਾਈਜ਼ ਕਰ ਲਈ, ਦਵਾਈ ਖਾ ਲਈ, ਡਾਈਟ ਲੈ ਲਈ, ਸਭ ਠੀਕ ਹੋ ਜਾਣਾ ਚਾਹੀਦਾ ਹੈ ਨਾ, ਪਰ ਨਹੀਂ ਹੋ ਰਿਹਾ, ਕਿਉਂਕਿ ਅਸੀਂ ਬਹੁਤ ਸਾਰੇ ਸਰੀਰਾਂ ਵਿੱਚ ਐਗਜ਼ਿਸਟ ਕਰਦੇ ਹਾਂ। ਜਿਹੜਾ ਇਹ ਸਰੀਰ ਹੈ, ਇਹਨੂੰ ਸਥੂਲ ਸਰੀਰ ਕਹਿੰਦੇ ਨੇ, ਜਿਹੜਾ ਦਿਖਾਈ ਦਿੰਦਾ ਹੈ ਮੋਟੇ ਮੋਟੇ ਲੈਵਲ 'ਤੇ। ਉਹਦੇ ਤੋਂ ਬਾਅਦ ਆਉਂਦਾ ਭਾਵ ਸਰੀਰ, ਫਿਰ ਆਉਂਦਾ ਹੈ ਸੂਖਸ਼ਮ ਸਰੀਰ, ਫਿਰ ਅਵਸਥਾ ਅਧਿਆਤਮਿਕ ਆਉਂਦੀ ਹੈ। ਉਹ ਸਰੀਰ ਕਿਹੜਾ ਆਤਮਾ ਨੂੰ ਲੈਣਾ ਪੈਂਦਾ ਹੈ? ਮਨੋਮਈ ਸਰੀਰ। ਉੱਥੇ ਵੀ ਅੰਤ ਨਹੀਂ ਹੈ, ਇੱਥੋਂ ਤੱਕ ਤੁਹਾਡੇ ਸਰੀਰ ਦਾ ਔਰਾ ਜਾ ਰਿਹਾ ਹੈ, 4 ਸਰੀਰਾਂ ਤੱਕ। 5ਵਾਂ ਤੁਹਾਡਾ ਫਿਰ ਆਉਂਦਾ ਆਤਮ ਸਰੀਰ। ਅਸੀਂ ਸੋਚਦੇ ਹਾਂ ਆਤਮਾ 'ਤੇ ਜਾ ਕੇ ਗੱਲ ਖਤਮ ਹੋ ਗਈ, ਨਹੀਂ। ਆਤਮ ਸਰੀਰ 'ਚ ਜਾ ਕੇ ਆਤਮਾ ਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਉਹ ਇਹਨਾਂ 4 ਸਰੀਰਾਂ ਨੂੰ ਬਿਲੋਂਗ ਨਹੀਂ ਕਰਦੀ। ਐਂਡ ਫਿਰ ਉੱਥੇ ਵੀ ਕਹਾਣੀ ਖਤਮ ਨਹੀਂ ਹੁੰਦੀ, ਮੋਕਸ਼ ਉੱਥੇ ਨਹੀਂ ਮਿਲਦਾ। ਉਹਦੇ ਤੋਂ ਵੀ ਅੱਗੇ ਇੱਕ ਅਵਸਥਾ ਆਉਂਦੀ ਹੈ, ਸ਼ੂਨਯ ਅਵਸਥਾ, ਮਹਾਸ਼ੂਨਯ ਅਵਸਥਾ, ਜਿੱਥੇ ਜਾ ਕੇ ਸਭ ਕੁਝ ਛੁੱਟਦਾ ਹੈ ਔਰ ਅਸੀਂ ਪਰਮਾਤਮਾ 'ਚ ਇੱਕ ਹੁੰਦੇ ਹਾਂ। ਉਹਨੂੰ ਕਹਿੰਦੇ ਨੇ ਮੋਕਸ਼ ਦੀ ਅਵਸਥਾ। ਸੋਚ ਕੇ ਡਰ ਲੱਗਦਾ ਹੈ, ਜੇ ਮੈਨੂੰ ਆਪਣੇ ਸਰੀਰ ਦਾ ਹੀ ਨਹੀਂ ਪਤਾ, ਮੈਨੂੰ ਕੋਲਡ ਕਿਉਂ ਹੋ ਗਿਆ, ਮੈਨੂੰ ਫੀਵਰ ਕਿਉਂ ਹੋ ਗਿਆ, ਮੇਰੇ ਦਰਦ ਕਿਉਂ ਰਹਿੰਦੀ ਹੈ ਹਰ ਦਵਾਈ ਖਾ ਕੇ ਵੀ, ਅਤੇ ਮੈਂ ਬਾਕੀ ਦੇ ਸਰੀਰਾਂ ਔਰ ਆਤਮ ਸਰੀਰ ਔਰ ਮਹਾਸ਼ੂਨਯ ਅਵਸਥਾ ਦੀਆਂ ਗੱਲਾਂ ਸੋਚ ਵੀ ਨਹੀਂ ਸਕਦੀ, ਕਰਨੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਅਵਸਥਾਵਾਂ ਤੁਹਾਨੂੰ ਕੌਣ ਦੱਸ ਸਕਦਾ ਹੈ, ਔਰ ਬਿਨਾਂ ਦੱਸੇ ਵੀ ਤੁਹਾਨੂੰ ਕ੍ਰੋਸ ਕਰਵਾ ਸਕਦਾ ਹੈ? ਉਹ ਹੈ ਤੁਹਾਡਾ ਪੂਰਨ ਸਤਿਗੁਰੂ। ਇੱਕ ਵਾਰੀ ਅਸੀਂ ਨਾਨਕ ਨਾਮ ਦਾ ਜੈਕਾਰਾ ਲਗਾਵਾਂਗੇ, ਮਹਾਰਾਜ ਜੀ ਨੂੰ ਦਿਲੋਂ ਯਾਦ ਕਰਦੇ ਹੋਏ ਥੈਂਕ ਯੂ ਕਰਾਂਗੇ, ਮਹਾਰਾਜ ਜੀ ਅਸੀਂ ਲਾਇਕ ਨਹੀਂ ਸੀ, ਪਰ ਤੁਸੀਂ ਸਾਨੂੰ ਆਪਣੇ ਨਾਲ ਲਗਾਇਆ, ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਅੱਗੇ ਵੀ ਇੱਦਾਂ ਦੇ ਹੀ ਰਹਿਣਾ ਹੈ, ਸ਼ਾਇਦ ਹੋਰ ਵੀ ਖਰਾਬ ਹੋ ਜਾਈਏ, ਪਰ ਸਾਨੂੰ ਛੱਡਿਓ ਨਾ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਹੁਣ ਟੈਕਨੀਕੈਲਿਟੀਜ਼ 'ਚ ਨਾ ਜਾਈਏ, ਕਿਉਂਕਿ ਗਿਆਨ ਇੱਕ ਸਮੁੰਦਰ ਹੈ, ਉਹਨੂੰ ਸਮਝਣ ਵਾਸਤੇ ਬਹੁਤ ਜਨਮ ਲੱਗ ਜਾਂਦੇ ਨੇ। ਸ਼ਾਇਦ ਤੁਸੀਂ ਬਹੁਤ ਕੁਝ ਸਮਝ ਕੇ ਆਏ ਹੋ ਕਿ ਤੁਹਾਨੂੰ ਇੱਕ ਪੂਰਨ ਸਤਿਗੁਰੂ ਤੋਂ ਪੂਰਨ ਨਾਮ ਮਿਲਿਆ ਹੈ। ਅਸੀਂ ਹੁਣ ਆਪਣਾ ਟਾਈਮ ਵੇਸਟ ਨਾ ਕਰੀਏ। ਅਸੀਂ ਜਦੋਂ ਗੁਰੂ ਦੇ ਸਨਿਧ ਵਿੱਚ ਕੀਰਤਨ 'ਚ ਡੁੱਬ ਜਾਂਦੇ ਹਾਂ, ਮੈਂ ਕੱਲ੍ਹ ਵੀ ਸਮਝਾਇਆ ਸੀ ਕਿ ਸਭ ਤੋਂ ਵੱਡੀ ਰੁਕਾਵਟ ਇਨਸਾਨ ਦੀ ਸਾਈਕੋਲੋਜੀ 'ਚ ਇਹ ਆਉਂਦੀ ਹੈ ਕਿ ਉਹ ਬਹੁਤ ਪਾਸਟ ਵਿੱਚ ਸਟਕ ਰਹਿੰਦਾ ਹੈ, ਜਿੱਥੋਂ ਹਰਟ ਹੋਇਆ ਹੁੰਦਾ ਉੱਥੇ ਸਟਕ ਰਹਿੰਦਾ। ਇਸ ਕਾਰਨ ਮਾफ़ ਕਰਦੇ ਜਾਇਆ ਕਰੋ, ਰੋਜ਼ ਰੋਜ਼ ਮਾफ़ ਕਰਦੇ ਜਾਇਆ ਕਰੋ ਸਭ ਨੂੰ। ਰਾਤ ਨੂੰ ਸੌਣ ਤੋਂ ਪਹਿਲੇ ਯੂ ਮੀਨ ਇਟ ਔਰ ਯੂ ਡੋਂਟ ਮੀਨ ਇਟ, ਆਪਣੇ ਮਾਈਂਡ ਨੂੰ ਕਹਿੰਦੇ ਜਾਇਆ ਕਰੋ ਕਿ ਜਾਣੇ ਅਣਜਾਣੇ 'ਚ ਜਿਸਨੇ ਮੇਰਾ ਦਿਲ ਦੁਖਾਇਆ ਮੈਂ ਉਸ ਨੂੰ ਮਾफ़ ਕੀਤਾ, ਔਰ ਜਾਣੇ ਅਣਜਾਣੇ 'ਚ ਮੈਂ ਜਿਸ ਦਾ ਦਿਲ ਦੁਖਾਇਆ ਮੈਂ ਉਸ ਤੋਂ ਵੀ ਮਾफ़ੀ ਮੰਗ ਲਈ। ਰੋਜ਼ ਆਪਣੇ ਮਨ ਦੀ ਅੰਤਕਰਨ ਦੀ ਸਫਾਈ ਜ਼ਰੂਰ ਕਰਿਆ ਕਰੋ ਤਾਂ ਕਿ ਤੁਸੀਂ ਸਾਫ਼ ਔਰ ਲਾਈਟ ਬਣ ਸਕੋ। ਸਟਕ ਨਾ ਹੋਇਆ ਕਰੋ। ਇਮੋਸ਼ਨਸ ਮਾਇਆ ਦਾ ਹੀ ਖੇਲ ਹੈ। ਜੇ ਤੁਸੀਂ ਇਮੋਸ਼ਨਸ ਨੂੰ ਇੰਨੀ ਐਨਰਜੀ ਦੇਣ ਲੱਗ ਗਏ, ਤੁਸੀਂ ਇੱਥੇ ਹੀ ਹੋ ਫਿਰ ਕਈ ਹਜ਼ਾਰ ਜਨਮਾਂ ਤੱਕ। ਇੰਜੋਏ ਯੋਰ ਪਲੇ। ਲੇਕਿਨ ਜੇ ਤੁਸੀਂ ਇਸ ਪਲੇ ਤੋਂ ਬਾਹਰ ਨਿਕਲਣਾ ਹੈ, ਤੁਹਾਨੂੰ ਅੰਦਰੋਂ ਕੁਝ ਐਸਾ ਅਹਿਸਾਸ ਆਉਂਦਾ ਹੈ ਕਿ ਮੈਂ ਇਸ ਸਥੂਲ ਸਰੀਰ ਤੋਂ ਉੱਪਰ ਜਾਣਾ ਹੈ, ਤੇ ਫਿਰ ਤੁਹਾਨੂੰ ਆਪਣੇ ਆਪ ਨਾਲ ਦੋਸਤੀ ਵੀ ਕਰਨੀ ਪਏਗੀ, ਗੁਰੂ ਦੇ ਮਾਰਗ 'ਤੇ ਵੀ ਚੱਲਣਾ ਪਏਗਾ, ਗੁਰੂ ਦੀ ਆਵਾਜ਼ ਵੀ ਸੁਣਨੀ ਪਏਗੀ, ਅੱਛਾ ਲੱਗੇ ਜਾਂ ਬੁਰਾ। ਟੀਚਰ ਬੱਚਿਆਂ ਨੂੰ ਅੱਛੇ ਨਹੀਂ ਲੱਗਦੇ। ਮੇਰੇ ਮੈਥਸ ਵਾਲੀ ਟੀਚਰ ਤੋਂ ਮੈਨੂੰ ਬਹੁਤ ਡਰ ਲੱਗਦਾ, ਮੈਂ ਸਕੂਲ ਨਹੀਂ ਜਾਣਾ। ਮੈਨੂੰ ਸਾਇੰਸ ਵਾਲੀ ਨੇ ਅੱਜ ਇੱਦਾਂ ਕਹਿ ਦਿੱਤਾ, ਮੈਂ ਸਕੂਲ ਹੀ ਨਹੀਂ ਜਾਣਾ, ਤੁਸੀਂ ਚੱਲੋ ਮੇਰੇ ਨਾਲ, ਪੇਰੈਂਟਸ ਨੂੰ ਕਹਿੰਦੇ ਨੇ ਬੱਚੇ। ਸੋ ਗੁਰੂ ਤੁਹਾਨੂੰ ਡਾਂਟ ਕੇ ਹੀ ਰੱਖੇਗਾ। ਗੁਰੂ ਉੱਥੇ ਚੋਟ ਕਰੇਗਾ ਜਿੱਥੇ ਤੁਹਾਨੂੰ ਤਕਲੀਫ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਤੁਸੀਂ ਰਿਅਲਾਈਜ਼ ਨਹੀਂ ਕਰ ਰਹੇ, ਤੁਸੀਂ 5 ਸੈਂਸਿਸ ਨਾਲ ਸੋਚ ਰਹੇ ਹੋ। ਪਰ ਉਹਦਾ ਕੰਮ ਤੁਹਾਨੂੰ ਖੁਸ਼ ਕਰਨਾ ਨਹੀਂ ਹੈ। ਉਹਨੂੰ ਜੋ ਡਿਊਟੀ ਮਿਲੀ ਹੈ ਉਹਨੇ ਉਹ ਕਰਨੀ ਹੈ, ਭਾਵੇਂ ਤੁਸੀਂ ਖੁਸ਼ ਹੋ ਕੇ ਸਕੂਲ ਆਓ, ਭਾਵੇਂ ਨਾਰਾਜ਼ ਹੋ ਕੇ ਸਕੂਲ ਆਓ, ਔਰ ਭਾਵੇਂ ਸਕੂਲ ਨਾ ਆਓ, ਫਿਰ ਤੁਹਾਡੀ ਐਡਮਿਸ਼ਨ ਹੋਏਗੀ ਫਸਟ ਕਲਾਸ ਤੋਂ। ਡੋਂਟ ਵਰੀ, ਕਿਉਂਕਿ ਆਤਮਾ ਉਹ ਡਿਵਾਈਨ ਐਲੀਮੈਂਟ ਹੈ ਜੋ ਟਿੱਕ ਕੇ ਨਹੀਂ ਬੈਠਦਾ। ਪਾਰਾ ਦੇਖਿਆ ਕਦੀ ਤੁਸੀਂ? ਥਰਮੋਮੀਟਰ ਦੇ ਅੰਦਰ ਪਾਰਾ ਦੇਖਿਆ? ਉਹ ਕਦੀ ਕਿਸੇ ਨੇ ਦੇਖਿਆ ਅਗਰ ਉਹ ਟੁੱਟ ਜਾਏ, ਉਹ ਪਾਰਾ ਅਗਰ ਮੰਨ ਲਓ ਚੱਦਰ 'ਤੇ ਵੀ ਗਿਰ ਗਿਆ, ਕਦੀ ਦੇਖਿਆ ਤੁਸੀਂ ਉਹ ਕਿੱਦਾਂ ਮੂਵ ਕਰਦਾ ਹੈ? ਉਹ ਇੱਦਾਂ ਮੂਵ ਕਰਦਾ ਹੈ ਨਾ ਕਿ ਤੁਸੀਂ ਉਹਨੂੰ ਪਕੜ ਨਹੀਂ ਸਕਦੇ। ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਰਹੀ ਹਾਂ, ਦਿਸ ਇਜ਼ ਨਥਿੰਗ, ਪਰ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ। ਡਿਵਾਈਨ ਐਲੀਮੈਂਟ ਇਸ ਤਰ੍ਹਾਂ ਹੁੰਦਾ ਸਾਡੇ ਅੰਦਰ, ਉਹ ਹਮੇਸ਼ਾ ਰੈਸਟਲੈਸ ਰਹੇਗਾ, ਕਿਉਂਕਿ ਉਸ ਦੇ ਅੰਦਰ ਐਨਰਜੀ ਇੰਨੀ ਜ਼ਿਆਦਾ ਹੈ ਕਿ ਉਹ ਟਿਕ ਕੇ ਕਦੀ ਖੁਸ਼ ਨਹੀਂ ਹੋਏਗਾ। ਇਟ ਇਜ਼ ਮੈਂਟ ਟੂ ਗਰੋ ਐਂਡ ਐਕਸਪੈਂਡ ਐਂਡ ਫਾਈਨਲੀ ਗੋ ਟੂ ਦਾ ਅਲਟੀਮੇਟ ਸੋਰਸ, ਪਰਮਾਤਮਾ। ਅਤੇ ਗਿਆਨ ਤੁਹਾਨੂੰ ਮਿਲਦਾ ਰਹਿੰਦਾ ਸਤਸੰਗ 'ਚ ਵੀ, ਕੀਰਤਨ 'ਚ ਵੀ। ਅੱਜ ਮੈਂ ਇਹੀ ਇੱਕ ਗੋਲਡਨ ਓਪਰਚੁਨਿਟੀ ਦਾ ਫਾਇਦਾ ਲੈਣਾ ਚਾਹੁੰਦੀ ਹਾਂ। ਅਸੀਂ ਸਾਰੇ ਮਿਲ ਕੇ ਅੱਜ ਫਿਰ ਅੰਤਰ ਦੀ ਯਾਤਰਾ ਕਰੀਏ, ਬਾਰ-ਬਾਰ ਕਰੀਏ। ਇੱਕ ਨਾ ਇੱਕ ਦਿਨ ਉਹਨੂੰ ਦਇਆ ਆਏਗੀ, ਇੱਕ ਨਾ ਇੱਕ ਦਿਨ ਅਸੀਂ ਇੰਨੇ ਪਰਿਪੱਕਵ, ਇੰਨੇ ਮੈਚਿਓਰ ਬਣਾਂਗੇ ਕਿ ਉਹ ਦਰਵਾਜ਼ੇ ਸਾਡੇ ਲਈ ਖੁੱਲ੍ਹਣਗੇ। ਔਰ ਜਦੋਂ ਉਹ ਖੁੱਲ੍ਹਦੇ ਹੈ ਨਾ, ਉਹ ਇਸ ਤਰ੍ਹਾਂ ਖੁੱਲ੍ਹਦੇ ਹੈ, ਇਸ ਤਰ੍ਹਾਂ ਡਿੱਗਦੇ ਆ ਉਹ ਦਰਵਾਜ਼ੇ ਕਿ ਫਿਰ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਲੇਕਿਨ ਉਸ ਦਰਵਾਜ਼ੇ ਦੇ ਖੁੱਲ੍ਹਣ ਔਰ ਡਿੱਗਣ ਲਈ ਵੇਟ ਕਰਨੀ ਪੈਂਦੀ ਹੈ। ਤੁਸੀਂ ਸੋਚੋਗੇ ਮੈਂ ਕਿੰਨੇ ਸਾਲ ਹੋ ਗਏ ਅੰਧੇਰਾ ਹੀ ਮਹਿਸੂਸ ਕਰ ਰਿਹਾ ਜਾਂ ਕਰ ਰਹੀ ਹਾਂ, ਪਰ ਉਸ ਅੰਧੇਰੇ ਤੋਂ ਬਹੁਤ ਥੋੜ੍ਹੀ ਦੂਰ ਕੁਝ ਤੁਹਾਡੇ ਲਈ ਇੰਤਜ਼ਾਰ ਕਰ ਰਿਹਾ ਹੈ। ਗੁਰੂ ਦਾ ਜਦੋਂ ਤੁਸੀਂ ਮਹਾਮੰਤਰ ਲੈ ਕੇ ਚੱਲਦੇ ਹੋ ਅਤੇ ਤੁਸੀਂ ਹੋਰ ਜ਼ਿਆਦਾ ਫੋਕਸਡ ਹੁੰਦੇ ਹੋ। ਤੁਹਾਡੇ ਕੋਲ ਇੱਕ ਪਾਵਰ ਹੈ, ਇੱਕ ਐਨਰਜੀ ਹੈ ਜੋ ਤੁਹਾਨੂੰ ਮੋਮੈਂਟਮ ਦੇ ਰਹੀ ਹੈ, ਤੁਸੀਂ ਹੋਰ ਤੇਜ਼ੀ ਦੇ ਨਾਲ ਅੱਗੇ ਵੱਧਦੇ ਹੋ। ਅਤੇ ਉਸ ਅਵਸਥਾ ਤੱਕ ਆਉਣ ਲਈ ਆਪਣੀ ਐਨਰਜੀ ਨੂੰ ਉੱਪਰ ਉਠਾਉਣਾ ਬਹੁਤ ਜ਼ਰੂਰੀ ਹੈ। ਐਜ਼ ਆਈ ਸੈਡ, ਇਮੋਸ਼ਨਸ ਸਾਨੂੰ ਮਿਲੀਆਂ ਸੀ ਪ੍ਰਪੰਚਾਂ 'ਚ ਪਾ ਕੇ ਧਰਤੀ 'ਤੇ ਟਿਕਾ ਕੇ ਰੱਖਣ ਲਈ। ਗ੍ਰੈਵੀਟੇਸ਼ਨਲ ਫੋਰਸ ਹੈ ਇਮੋਸ਼ਨਸ।
ਜਿੰਨਾ ਤੁਸੀਂ ਇਮੋਸ਼ਨਸ ਨੂੰ ਆਨੰਦ ਨਾਲ ਇੰਜੋਏ ਕਰੋਗੇ, ਉਹਨਾਂ ਨੂੰ ਕੁੱਟ ਕੇ ਪਕੜ ਲੋਗੇ, ਗ੍ਰੈਵਿਟੀ ਤੁਹਾਡੇ 'ਤੇ ਕੰਮ ਕਰ ਰਹੀ ਹੈ। ਜਿੰਨੀ ਜਲਦੀ ਲੈਟ ਗੋ ਕਰਨਾ ਸਿੱਖੋਗੇ, ਖੁਸ਼ੀ ਨੂੰ ਵੀ ਔਰ ਗਮੀ ਨੂੰ ਵੀ, ਐਂਡ ਐਵਰੀ ਡੇ ਇੱਕ ਨਵਾਂ ਦਿਨ ਮੰਨ ਕੇ ਉਸ ਪਰਮਾਤਮਾ ਦਾ ਸ਼ੁਕਰ ਕਰਦਿਆਂ ਆਪਣੇ ਗੁਰੂ ਦੀ ਗਾਈਡੈਂਸ ਦੇ ਅੰਦਰ ਅੱਗੇ ਅੱਗੇ ਵਧੋਗੇ, ਓਨੇ ਹੀ ਜਲਦੀ ਤੁਸੀਂ ਅਧਿਆਤਮਿਕ ਅਵੇਅਰਨੈਸ ਵੱਲ ਆਓਗੇ। ਅਧਿਆਤਮਿਕ ਯਾਤਰਾ ਤੇ ਬਾਅਦ ਦੀ ਗੱਲ ਹੈ। ਸਾਡੇ 'ਚੋਂ ਅਵੇਅਰ ਵੀ ਕਿਤਨੇ ਹੀ ਲੋਕ ਹੈ। ਅਸੀਂ ਮਨੁੱਖ ਜਨਮ ਨੂੰ ਵੇਸਟ ਕਰ ਰਹੇ ਹਾਂ ਜੇ ਅਸੀਂ ਸਪਿਰਿਚੁਅਲੀ ਅਵੇਅਰ ਨਹੀਂ ਹੈਗੇ। ਔਰ ਉਸ ਅਵੇਅਰਨੈਸ ਨੂੰ ਤੁਹਾਡੇ ਤੱਕ ਲੈ ਕੇ ਆਉਂਦਾ ਹੈ ਤੁਹਾਡਾ ਗੁਰੂ। ਬਾਰ-ਬਾਰ ਇੱਕ ਲਾਈਟ ਹਾਊਸ ਦੀ ਤਰ੍ਹਾਂ ਬਾਰ-ਬਾਰ ਤੁਹਾਨੂੰ ਯਾਦ ਦਿਲਾਉਂਦਾ ਹੈ। ਵਰਨਾ ਤੁਸੀਂ ਤਾਂ ਭੁੱਲੇ ਬੈਠੇ ਹੋ, ਤੁਸੀਂ ਤਾਂ ਭੁੱਲ ਚੁੱਕੇ ਹੋ ਕਿ ਵਾਪਸ ਵੀ ਜਾਣਾ ਹੈ। क्षण भंगुर शरीर, क्षण भंगुर जीवन, इसका मीनिंग पता है। ਅਸੀਂ ਸੋਚਦੇ ਹਾਂ ਸਾਡੇ ਨਾਲ ਨਹੀਂ ਹੋਣਾ, ਪਰ ਕੁਛ ਨਹੀਂ ਪਤਾ ਮੌਤ ਸਾਹਮਣੇ ਕਦੋਂ ਖੜੀ ਹੋ ਜਾਏ। ਮੇ ਬੀ 2 ਘੰਟੇ ਬਾਅਦ, ਮੇ ਬੀ ਨੈਕਸਟ ਡੇ, ਮੇ ਬੀ 4 ਸਾਲ 'ਚ ਫਿਰ ਸਾਨੂੰ ਯਾਦ ਆਉਣਾ ਹੈ ਕਿ ਅਸੀਂ ਕੀ ਗਵਾਇਆ। ਮਨੁੱਖ ਜਨਮ ਮਿਲਿਆ ਔਰ ਅਸੀਂ ਸਪਿਰਿਚੁਅਲੀ ਅਵੇਅਰ ਹੀ ਨਹੀਂ ਹੋਏ, ਅਸੀਂ ਕੋਈ ਮਿਹਨਤ ਹੀ ਨਹੀਂ ਕੀਤੀ। ਮੌਤ ਦਸਤਕ ਦੇ ਰਹੀ ਹੈ, ਸਾਡੇ ਨਾਲ ਦੇ ਚੱਲੀ ਜਾ ਰਹੇ हैं, प्यार करने वाले चली जा रहे हैं। मैं अपने मम्मी और डैडी दोनों खो बैठी हाँ और मैनू छोटी एज में इस चीज़ का एहसास होया जे वो गए ने तो जाना सब ने है। जे अज मैं भी मदर हाँ, मेरे भी बच्चे बड़े हो रहे हैं तो जाना मैं भी हाँ। ये तो हुण देख लो तुसी कि तुसी ये यात्रा जिहड़ी है ये सफल करनी है या कोई गल नहीं, फिर मुड़ के आवांगे, फिर शुरू करांगे गर्भ च उल्टा लटक के। सो ਅੱਜ ਵਾਸਤੇ ਆਈ ਥਿੰਕ ਇੰਨਾ ਬਹੁਤ ਹੈ। ਅਤੇ ਅੱਜ ਮੈਂ ਥੋੜ੍ਹੀ ਜਿਹੀ ਤੁਹਾਨੂੰ ਇੱਕ ਤਾਂ ਰਿਲੈਕਸ ਕਰਨਾ ਸਿਖਾਵਾਂਗੀ, ਕਿਉਂਕਿ ਧਿਆਨ 'ਚ ਬੈਠਣ ਤੋਂ ਪਹਿਲੇ ਆਪਣੇ ਮਨ ਦੀ ਐਨਰਜੀ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹਾ ਮੈਂ ਤੁਹਾਨੂੰ ਰਿਲੈਕਸ ਕਰਨਾ ਸਿਖਾਵਾਂਗੀ, ਥੋੜ੍ਹਾ ਮੈਂ ਤੁਹਾਡੇ 3 ਐਨਰਜੀ ਸੈਂਟਰਸ ਐਕਟੀਵੇਟ ਕਰਾਵਾਂਗੀ। ਅੱਜ ਕਲੀਨ ਕਰਾਂਗੇ ਅਸੀਂ ਤੁਹਾਡੇ 3 ਮੇਨ ਜਿਹੜੇ ਜਿੱਥੋਂ ਅਧਿਆਤਮ ਸ਼ੁਰੂ ਹੁੰਦਾ ਹੈ ਉਹ ਪੁਆਇੰਟਸ, ਠੀਕ ਹੈ। ਅਤੇ ਚਲੋ सारियां अज थॉट्स नू छोड़ दो, प्रेजेंट मोमेंट आ जाओ। पास्ट बीत चुका है, नो मैटर तुसी 100 बार सोचो, 200 बार सोचो, तुसी पास्ट नू बदल नहीं सकते। सो प्रॉमिस मी अगले 20 मिनट ली 25 मिनट ली पास्ट विच डवैल नहीं करोगे, नहीं करोगे ना, ठीक है। तुसी मेरे नाल नहीं बैठे हो, तुसी महाराज दर्शन दास जी, महाराज एक साडे इन्ने वड्डे परमात्मा रूपी गुरु नानक देव जी उन्हां दे सनिधि विच बैठे हो, उन्हां दी शरण च बैठे हो, ठीक है। महाराज दर्शन दास जी साडे गुरु ने, असी उन्हां दे सनिधि च बैठे हाँ इस टाइम। मेरी आवाज़ है सिर्फ, जिस तरह ये माइक है, 20-25 मिनट ली, हाफ एन आवर ली अपने आप को टोटली पास्ट तो फ्री कर लो, क्योंकि तुसी 200 बार 2000 बार भी पीछे जाके कुछ नहीं बदल सकते। सो माफ़ कर दो, फ्यूचर की वरी ना करो, क्योंकि जे तुसी प्रेजेंट विच अपने अंतर च उतरना शुरू कर दिता। मैं अज तुहानू एक सीक्रेट दसदी हाँ, तुहाडे इस टाइम मैनीफेस्टेशन के बारे बहुत कुछ हो रहा है संसार के अंदर। एक बहुत ब्यूटीफुल फेज़ है, पहले नहीं सी। मैनीफेस्टेशन पावर्स तुहाडियां जागनियां शुरू हो जांदियां। जो लोग ध्यान करते हैं उन्हां दियां मैनीफेस्टेशन पावर्स जागृत होनियां शुरू हो जांदियां। मैनीफेस्टेशन की है? जो मैं सोचा वो अगले दिन हो गया, जो मैं सोचा वो 5 मिनट बाद मेरे सामने आ गया, उन्होंने कहते हैं मैनीफेस्टेशन पावर। जिन्ना असी अंतर च उतर के अपनी इनर वर्ल्ड नू स्ट्रोंग करते हैं, उन्ना ही ब्यूटीफुली साडा आउटर वर्ल्ड साडे सामने प्रेजेंट हुंदा है। समझे मेरी गल नू? ते होर भी ये हैल्थ बेनीफिट्स भी बहुत है ध्यान करन दे। तुहाडा बीपी नॉर्मल रहिंदा है, शुगर नॉर्मल रहिंदी है, एंगजाइटी, स्ट्रैस, डिप्रैशन दूर हुंदे ने। आई थिंक बहुत अच्छे रीजनस है कि असी मैडिटेशन करिए। आध्यात्मिक रीजनस तो मैं तुहानू दस ही चुकी हाँ कि ज्यों ज्यों चैनल्स क्लीयर होणगे तुसी अपने स्थूल शरीर तो भाव शरीर, सूक्ष्म शरीर, मनोमय शरीर एंड फाइनली आत्मा अपने आत्म शरीर नू धारण करती है, ठीक है। बहुत रीजनस है, मतलब मैं इत्थे बैठे बैठे इन्ने रीजनस दस सकती हाँ कि तुसी पूरी बुक लिख सकते हो। पर
I'm trying कि मैं बहुत excited ना होਵਾਂ. So let's do it. ਤੁਸੀਂ past ਵੱਲ ਨਹੀਂ ਜਾਣਾ, ਤੁਸੀਂ future ਦੀ ਵਰੀ ਨਹੀਂ ਕਰਨੀ. ਅਸੀਂ past ਤੋਂ ਛੁਟਕਾਰਾ ਪਾਣਾ ਹੈ, future ਨੂੰ better ਕਰਨਾ ਹੈ. ਉਸ ਦੇ ਲਈ ਅਸੀਂ present moment ਵਿੱਚ ਕੀ ਕਰਨਾ ਹੈ? ਅਭਿਆਸ. ठीक है, चलो पहले 2 एक्सरसाइजेज होंगियाँ. सारे प्लीज़ अपना अच्छी तरह ध्यान देना और ज्वाइन करना. ਤੁਹਾਡੇ ਚੋਂ ਕਿਸੇ ਨਾ ਕਿਸੇ ਦੀ ਪੁਕਾਰ ਨੇ ਸਭ ਦੇ ਰਸਤੇ ਖੋਲ੍ਹਣੇ ਆ ਤੇ ਸਾਰੇ ਜੁਆਇਨ ਕਰਿਓ. ਠੀਕ ਹੈ, ਸਾਰੇ 1 ਮਿੰਟ ਸਿੱਧੇ ਹੋ ਕੇ ਬੈਠ ਜਾਓ. ਕੰਫਰਟੇਬਲ ਬਟ ਸਟ੍ਰੇਟ. ਰੀੜ੍ਹ ਦੀ ਹੱਡੀ ਸਿੱਧੀ ਰੱਖਣੀ ਜ਼ਰੂਰੀ ਹੈ ਕਿਉਂਕਿ 7 ਚੱਕਰਾਸ ਵੀ ਹੈ ਸਾਡੀ ਬੋਡੀ ਦੇ ਅੰਦਰ. ਉਹ ਵੀ ਸੂਖਸ਼ਮ ਰੂਪ ਜਦੋਂ ਸਾਡਾ ਆਉਂਦਾ ਉਹਦੇ ਵਿੱਚ ਸਿਚੁਏਟਿਡ ਨੇ ਪਹਿਲੇ ਦੀਆਂ 2 ਬੋਡੀਜ਼ ਨੂੰ ਛੋੜ ਕੇ. ਅਤੇ ਉਹਨਾਂ ਦੇ ਵਿੱਚ ਜਦੋਂ ਐਨਰਜੀ ਫਲੋ ਕਰਦੀ ਹੈ ਸਾਡੀ ਪਿੱਠ, ਸਾਡੀ ਰੀੜ੍ਹ ਦੀ ਹੱਡੀ ਸਟ੍ਰੇਟ ਹੋਣੀ ਉਸ ਟਾਈਮ 'ਤੇ ਜ਼ਰੂਰੀ ਹੈ. ਠੀਕ ਹੈ, ਔਰ ਕੰਫਰਟੇਬਲ ਹੋ ਕੇ ਅਸੀਂ ਬੈਠਾਂਗੇ. ਧੀਰੇ ਧੀਰੇ ਤੁਸੀਂ ਆਪਣੇ ਸਾਹਮਣੇ ਵਾਲ ਦੇ ਉੱਪਰ ਕਿਸੇ ਇੱਕ ਪੁਆਇੰਟ ਨੂੰ ਦੇਖ ਸਕਦੇ ਹੋ ਜੇ ਤੁਹਾਨੂੰ ਇੱਕਦਮ ਧਿਆਨ ਲਗਾਉਣਾ ਮੁਸ਼ਕਿਲ ਲੱਗਦਾ ਹੈ. ਜੇ ਤੁਹਾਨੂੰ ਧਿਆਨ ਲਗਾਉਣਾ ਈਜ਼ੀ ਹੈ, ਪਹਿਲੇ ਤੋਂ ਲਗਾਉਂਦੇ ਹੋ, ਤਾਂ ਤੁਸੀਂ ਆਰਾਮ ਨਾਲ ਆਪਣੀਆਂ ਆਈਜ਼ ਕਲੋਜ਼ ਕਰ ਸਕਦੇ ਹੋ. ਅਦਰਵਾਈਜ਼ ਵਾਲ 'ਤੇ ਇੱਕ ਪੁਆਇੰਟ ਨੂੰ ਦੇਖਦੇ ਹੋਏ ਧੀਰੇ ਧੀਰੇ ਆਈਜ਼ ਨੂੰ ਤੁਸੀਂ ਬਲਿੰਕ ਕਰਨਾ ਹੈ, ਇੱਕੋ ਹੀ ਪੁਆਇੰਟ ਨੂੰ ਦੇਖਦੇ ਹੋਏ. ਧਿਆਨ ਆਪਣੀ ਬਰੀਦਿੰਗ ਦੇ ਉੱਪਰ ਔਰ ਆਈਜ਼ ਉਸ ਪੁਆਇੰਟ ਦੇ ਉੱਪਰ. धीरे धीरे आइज बंद. फिर आइज खोलो, सेम पॉइंट. मन शांत. उसी पॉइंट नू देखते हुए 8 ਤੋਂ 10 ਵਾਰ आराम नाल ब्लिंक करो. महसूस करो कि हर ब्लिंकिंग दे नाल तुसी शांत हो रहे हो. धीरे धीरे अपने कन्वीनियंस, अपने पेस ते आइज़ नू बंद कर लो. टेक अ डीप ब्रेथ, गहरी लंबी सांस. अनदर वन. धीरे धीरे, कोई जल्दी नहीं है. कम से कम 5 टाइम्स 5 बार तुसी गहरी लंबी सांस लो. छोड़ो. जिस स्पीड नाल सांस नू अंदर लिया है उस तो भी स्लो स्पीड दे नाल उसनू छोड़ना है. अपनी नाभि, अपने नेवल एरिया नू फील करो कि मेरी सांस मेरी नाभि तक जा रही है. धीरे धीरे सांस छोड़ते हुए महसूस करो कि मेरी बॉडी दे विचों टेंशन और नेगेटिव एनर्जी निकलती जा रही है. हर सांस दे विच ताकत है. जो इंटेंशन रखोगे वो मिलेगी. गहरी लंबी सांस, स्पाइन सीधा. एंड धीरे धीरे उस सांस नू छोड़ो. महसूस करो सब टेंशन, सब स्टिफनेस मसल्स के अंदरों निकल रही है.
ਤੁਸੀਂ ਚਾਹੋ ਤੇ ਸਾਂਸ ਮੂੰਹ ਦੇ ਥਰੂ ਵੀ ਛੋੜ ਸਕਦੇ ਹੋ, ਬਟ ਸਲੋਲੀ। नोज़ के थ्रू सांस छोड़ना इज़ मोर रिलैक्सिंग, मोर कामिंग। मोर नक के थ्रू सांस छोड़ना शांत करता है। मुंह के थ्रू सांस छोड़ना फ्रैश करता है। यू कैन चूज़ वॉट यू वॉन्ट टू डू। ध्यान अपने सांस ਦੇ ਵਿੱਚ ਰੱਖੋ और अपने दोनों हाथ अपनी नाभि ਦੇ ਉੱਪਰ, नेवल पॉइंट, तुन्नी ਦੇ ਉੱਪਰ। राइट हैंड पहले रखो, लैफ्ट हैंड ਉਹਦੇ ਉੱਪਰ, और जैसे भी ਤੁਹਾਨੂੰ ठीक लगे। ਹੁਣ धीरे धीरे सांस लेंदे हुए महसूस करो कि सांस एकदम नाभि स्थान विच जा रहा है, नेवल दे विच जा रहा है। मैं काउंट करांगी, तुसी उस स्पीड दे नाल साह लेना है, पर स्मूथली, रुक रुक के, अटक अटक के नहीं। 1 2 3 4। Now let go. 4 3 2 1। फिर तो सांस लवांगे इसी स्पीड नाल, कोई ज़बरदस्ती नहीं करनी है, बड़े आराम दे नाल। 4 गिनदे होए धीरे धीरे, 1 2 3 4। छोड़नी है फिर वही काउंट, 4 3 2 1। Another deep breath. We are going to do 5. 1 2 3 4। Let go. 4 3 2 1। 2 more times। 2 बार होर। 1 2 3 4। फिर सांस नू छोड़ना है, 4 3 2 1। One last time। नाइस एंड रिलैक्सड, कोई जल्दी नहीं है, मेरी काउंटिंग नाल कैचअप करने की जरूरत नहीं है। नाइस relaxed, long inhale। 1 2 3 4। Exhale। 4 3 2 1। ਹੁਣ ਤੁਸੀਂ ਆਪਣੇ ਹੱਥ ਆਪਣੇ ਹਾਰਟ ਸੈਂਟਰ ਤੇ ਲੈ ਕੇ ਜਾਣੇ ਆ, ਆਪਣੀ ਚੈਸਟ ਦੇ ਵਿਚਕਾਰ। ਤੁਹਾਡਾ ਹਾਰਟ ਸੈਂਟਰ ਹੈ, ਅਗੇਨ ਇਮੋਸ਼ਨਸ ਦਾ ਘਰ ਹੈ। ਇਹਨੂੰ क्लीन करना बहुत ज़रूरी है एवरी सिंगल डे। माफ़ी ताई आएगी जो ये खुला होएगा, और ये खुला नहीं होता। तीसरी अख खोलनी फिर आसान होएगी, हार्ट सेंटर खोलना मुश्किल है। यू हैव टू फॉरगिव, यू हैव टू लेट गो, यू हैव टू ब्रीथ इन टू दिस स्पेस। इस स्पेस के अंदर सावां नूं लैके जाना है, और तुसी विजुअलाइज करना है कि ये जिहड़ा तुहाडा स्थान है ये खाली हो रहा है। ठीक है। First breath. Nice, long, relaxing inhale. धीरे धीरे exhale. Very important, जदों भी exhale करो धीरे धीरे करना है। Second inhale, ध्यान अपने हार्ट सेंटर विच, आइज़ बंद, वेरी इंपॉर्टेंट। इमेजिन करो एक कमल का फुल है, जो तुसी सांस लै रहे हो वो खिल रहा है, जो तुसी सांस छोड़ रहे हो वो पैटल्स बंद हो रहे हैं। Another inhale,
ਉਹ ਬਿਊਟੀਫੁਲ ਕਮਲ ਦਾ ਫੁੱਲ ਫਿਰ ਖਿਲ ਰਿਹਾ ਹੈ ਐਂਡ ਜੋ ਹੀ ਤੁਸੀਂ ਧੀਰੇ ਧੀਰੇ ਸਾਂਸ ਛੋੜ ਰਹੇ ਹੋ ਉਹ ਕਮਲ ਦਾ ਫੁੱਲ ਧੀਰੇ ਧੀਰੇ ਬੰਦ ਹੋ ਰਿਹਾ ਹੈ ਆਈਜ਼ ਬੰਦ ਹਾਰਟ ਚੱਕਰਾ ਦੇ ਵਿੱਚ ਤੁਹਾਡਾ ਧਿਆਨ ਹਾਰਟ ਸਪੇਸ ਦੇ ਵਿੱਚ ਤੁਹਾਡਾ ਧਿਆਨ ਕਲੈਂਜ਼ਿੰਗ ਚੱਲ ਰਹੀ ਹੈ ਸਾਰੀ ਆਕਸੀਜਨ ਤੁਹਾਡੇ ਹਾਰਟ ਚੱਕਰ ਨੂੰ ਜਾ ਰਹੀ ਹੈ ਉਹ ਕਲੀਨ ਹੋ ਰਿਹਾ ਹੈ ਮਜ਼ਬੂਤ ਹੋ ਰਿਹਾ ਹੈ सांस अपनी स्पीड ते बड़े आराम नाल लेंदे जाओ पिठ सिद्धी अपनी धड़कन नू महसूस करो ब्यूटीफुल लॉन्ग इनहेल even more relaxing longer exhale लंबा सांस छोड़ना है One more time, beautifully, लंबा सांस चेस्ट ਦੇ ਵਿੱਚ ਤੁਹਾਡੇ ਜਾ ਰਿਹਾ ਹੈ ਤੁਹਾਡੇ ਚੈਨਲਸ ਕਲੀਅਰ ਹੋ ਰਹੇ ਨੇ ਔਰ ਜਦੋਂ ਤੁਸੀਂ सांस ਛੋੜ ਰਹੇ ਹੋ ਤੁਹਾਡੇ ਉਹ ਸਾਰੇ ਇਮੋਸ਼ਨਸ ਬਾਹਰ ਜਾ ਰਹੇ ਨੇ ਜਿਨ੍ਹਾਂ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਕੋਈ ਹਰਟ ਕੋਈ ਗੁੱਸਾ ਕੋਈ ਦੁੱਖ ਕੋਈ ਪੀੜਾ ਅੰਦਰ ਰੱਖਣ ਦੀ ਜ਼ਰੂਰਤ ਨਹੀਂ ਹੈ Let it go. Now, अपने हत्थां नूं अपने थर्ड आई सेंटर ते मूव करांगे मत्थे दे उपर तीसरी अख जिथे असीं तिलक लगांदे हां ब्यूटीफुली धीरे धीरे लंबी गहरी सांस महसूस करो कि वो सांस थोड़े थर्ड आई सेंटर विच जा रही है महसूस करो कि उत्थे थोड़ी अख खुल रही है और जदों तुसी सांस छोड़ रहे हो वो धीरे धीरे बंद हो रही है इंजॉय द प्रोसेस डोंट वरी कौन मेरे आस पास है कौन मैनू देख रहा है थोड़ा हथ मत्थे दे उपर eyes बंद another one long deep inhale even longer exhale ਜੇ ਤੁਹਾਡੇ ਹੱਥ ਥੱਕ ਜਾਣ ਤੁਸੀਂ ਹੱਥ ਨੀਚੇ ਵੀ ਲੈ ਕੇ ਆ ਸਕਦੇ ਹੋ ਜੇ ਹੱਥ ਨਹੀਂ ਥੱਕੇ ਹੈ ਤੁਸੀਂ ਉੱਪਰ ਰੱਖ ਸਕਦੇ ਹੋ ਤੁਸੀਂ ਇੱਕ ਹੱਥ ਵੀ ਉੱਪਰ ਰੱਖ ਸਕਦੇ ਹੋ another long deep relaxing inhale ਤੁਹਾਡੀ ਤੀਸਰੀ ਅੱਖ ਦੇ ਸੈਂਟਰ ਤੇ ਕੋਈ ਵੀ ਬਾਧਾ ਰੁਕਾਵਟ ਹੈ ਹਰ ਸਾਂਸ ਦੇ ਨਾਲ ਉਹ ਕਲੀਨ ਹੁੰਦੀ ਜਾ ਰਹੀ ਹੈ ਤੁਸੀਂ ਆਪਣੇ ਗੁਰੂ ਦੇ ਸਥਾਨ ਤੇ ਬੈਠੇ ਹੋ ਉਹਨਾਂ ਦੀ ਔਰਾ ਉਹਨਾਂ ਦੇ ਹੀਲਿੰਗ ਪਾਵਰਸ ਦੇ ਨਾਲ ਤੁਹਾਡਾ ਸਤਿਗੁਰੂ ਦਾ ਇਹ ਸਥਾਨ ਹੁੰਦਾ ਹੈ ਉਹ ਕਲੀਨ ਹੋ ਰਿਹਾ ਹੈ ਉਹ ਲੂਜ਼ ਹੋ ਰਿਹਾ ਹੈ ਉਹ ਖੁੱਲ੍ਹ ਰਿਹਾ ਹੈ ਇਸੀ ਇੰਟੈਂਸ਼ਨ ਦੇ ਨਾਲ ਇੱਕ ਹੋਰ ਇਨਹੇਲ ਐਂਡ ਐਕਸੇਲ वन लास्ट टाइम ब्यूटीफुली महसूस करते हुए अच्छी तरह दिल नाल एक लंबी सांस अंदर और धीरे धीरे बाहर हाथ अपनी गोद विच रख लो पिठ सीधी आइज बंद बंद अखां दे नाल अपने पैरों नू देखना है पैरों नू देखते देखते महसूस करो कि थोड़े पैरों विच जिन्नी भी टेंशन है दर्द है वो निकल रही है बाहर वो छोड़ रही है थोड़े पैरों नू और थोड़े मसल्स रिलैक्स कर रहे ने धीरे धीरे लंबी गहरी सांस लेंदे जाओ
ਔਰ ਆਪਣੀ ਬੰਦ ਆਈਜ਼ ਦੇ ਨਾਲ ਆਪਣੀ ਲੈਫਟ ਲੈਗ ਨੂੰ ਦੇਖੋ। ਧੀਰੇ ਧੀਰੇ ਪੈਰ ਤੋਂ ਲੈ ਕੇ ਨੀਜ਼ ਤੱਕ, ਗੋਡਿਆਂ ਤੱਕ ਆਪਣੀ ਲੈਫਟ ਲੈਗ ਨੂੰ ਦੇਖੋ, ਥਾਈਜ਼ ਨੂੰ ਦੇਖੋ। ਜਿਸ ਜਿਸ ਸਥਾਨ ਨੂੰ ਤੁਸੀਂ ਅੰਤਰ ਦ੍ਰਿਸ਼ਟੀ ਨਾਲ ਦੇਖ ਰਹੇ ਹੋ ਉਹ ਰਿਲੈਕਸ ਕਰਦੀ ਜਾ ਰਹੀ ਹੈ। The inner gaze is very powerful. Wherever you take your inner gaze, it has the power to heal that place. Keep focusing on your breath. अपने सामां ते ध्यान रखो ਤੇ ਆਪਣੀ ਅੰਤਰ ਦ੍ਰਿਸ਼ਟੀ ਦੇ ਨਾਲ ਆਪਣੀ ਲੈਗ ਨੂੰ ਰਾਈਟ ਵਾਲੀ ਨੂੰ ਦੇਖਣਾ ਸ਼ੁਰੂ ਕਰੋ। ਪੈਰ ਤੋਂ ਲੈ ਕੇ ਰਾਈਟ ਨੀ ਤੱਕ ਪਿਆਰ ਦੇ ਨਾਲ ਦੇਖੋ। ਕੋਈ ਦਰਦ, ਕੋਈ ਤਣਾਵ, ਕੋਈ ਸਟਿਫਨੈਸ, ਉਸ ਨੂੰ ਲੈਟ ਗੋ ਕਰ ਦਿਓ, ਜਾਣ ਦਿਓ। ਮਹਿਸੂਸ ਕਰੋ ਕਿ ਉਹ ਜਾ ਰਹੀ ਹੈ। ਲੰਬੀ ਗਹਿਰੀ ਸਾਂਸ ਆਪਣੀ ਰਾਈਟ ਥਾਈ ਨੂੰ ਦੇਖੋ। ਧੀਰੇ ਧੀਰੇ ਆਪਣੀ ਇਸ ਦ੍ਰਿਸ਼ਟੀ ਨੂੰ ਆਪਣੇ ਸਟਮਕ ਦੇ ਉੱਪਰ ਲੈ ਜਾਓ, ਸਟਮਕ ਦੇ ਅੰਦਰ ਲੈ ਜਾਓ। ਮਹਿਸੂਸ ਕਰੋ ਕਿ ਤੁਹਾਡੇ ਪੇਟ ਦੇ ਉੱਪਰ, ਤੁਹਾਡੇ ਸਟਮਕ 'ਚ ਕਿਤੇ ਵੀ ਕੋਈ ਵੀ ਤਣਾਵ, ਕੋਈ ਪੇਨ ਹੈ, ਧੀਰੇ ਧੀਰੇ ਬੋਡੀ 'ਚੋਂ ਨਿਕਲ ਕੇ ਜਾ ਰਿਹਾ ਹੈ। ਆਈਜ਼ ਬੰਦ, ਧਿਆਨ ਆਪਣੇ ਸਾਹਾਂ ਦੇ ਉੱਪਰ, ਆਪਣੀ ਨੋਜ਼ ਦੇ ਉੱਪਰ। ਧੀਰੇ ਧੀਰੇ ਆਪਣੀ ਹੁਣ ਦ੍ਰਿਸ਼ਟੀ ਨੂੰ ਆਪਣੀ ਚੈਸਟ ਦੇ ਵਿੱਚ ਲੈ ਕੇ ਜਾਓ, ਆਪਣੇ ਸ਼ੋਲਡਰਸ ਦੇ ਵਿੱਚ ਲੈ ਕੇ ਜਾਓ। ਦੇਖੋ ਆਪਣੇ ਅੰਦਰ ਦੀਆਂ ਆਈਜ਼ ਨਾਲ ਆਪਣੀ ਬਾਹਾਂ ਨੂੰ ਦੇਖੋ। ਰਾਈਟ ਬਾਂਹ ਨੂੰ ਦੇਖੋ ਪਹਿਲੇ, ਰਾਈਟ ਹੱਥ ਨੂੰ ਮਹਿਸੂਸ ਕਰੋ। ਲੈਫਟ ਆਰਮ ਨੂੰ ਦੇਖੋ, ਲੈਫਟ ਬਾਜੂ ਨੂੰ ਦੇਖੋ, ਲੈਫਟ ਹੱਥ ਨੂੰ ਦੇਖੋ। ਮਹਿਸੂਸ ਕਰੋ ਕਿ ਹੱਥਾਂ ਦੇ ਵਿੱਚੋਂ, ਉਂਗਲੀਆਂ ਦੇ ਵਿੱਚੋਂ ਉਹ ਪੇਨ, ਉਹ ਸਟਿਫਨੈਸ, ਉਹ ਤਣਾਵ, ਉਹ ਨੈਗੇਟਿਵਿਟੀ ਜੋ ਅਸੀਂ ਬਹੁਤ ਸਾਲਾਂ 'ਚ ਇਕੱਠੀ ਕੀਤੀ ਹੈ, ਉਹ ਰਿਲੈਕਸ ਕਰਕੇ ਨਿਕਲਦੀ ਜਾ ਰਹੀ ਹੈ। ਜਿਸ ਵੀ ਅੰਗ 'ਤੇ ਪੇਨ ਹੈ, ਦਰਦ ਹੈ, ਤੁਸੀਂ ਉਸ ਨੂੰ ਦੇਖੋ। ਆਪਣੀ ਅੱਪਰ ਬੈਕ ਨੂੰ ਦੇਖੋ। ਧੀਰੇ ਧੀਰੇ ਆਪਣੀ ਲੋਅਰ ਬੈਕ ਨੂੰ, ਪਿੱਠ ਨੂੰ ਦੇਖੋ। ਲੰਬੀ ਲੰਬੀ, ਗਹਿਰੀ ਗਹਿਰੀ, ਮਿੱਠੀ ਮਿੱਠੀ ਸਾਂਸ ਲੈਂਦੇ ਹੋਏ ਧੀਰੇ ਧੀਰੇ ਆਪਣੀਆਂ ਆਈਜ਼ ਦੇ ਨਾਲ ਆਪਣੀ ਨੈਕ ਨੂੰ ਦੇਖੋ। ਆਪਣੇ ਫੇਸ ਨੂੰ, ਆਪਣੇ ਚਿਹਰੇ ਨੂੰ ਮਹਿਸੂਸ ਕਰੋ। ਕੋਈ ਤਣਾਵ ਹੈ, ਕੋਈ ਸਟਿਫਨੈਸ ਹੈ, ਕੋਈ ਐਕਸਪ੍ਰੈਸ਼ਨ ਹੈ, ਲੈਟ ਇਟ ਗੋ, ਛੋੜ ਦਿਓ। ਸਹਿਜ ਭਾਵ ਵਿੱਚ ਬੈਠੋ। ਪਰਮਾਤਮਾ ਦੀ ਪ੍ਰੈਜ਼ੈਂਸ ਨੂੰ ਮਹਿਸੂਸ ਕਰਦੇ ਹੋਏ, ਗੁਰੂ ਦੀ ਪ੍ਰੈਜ਼ੈਂਸ ਨੂੰ ਮਹਿਸੂਸ ਕਰਦੇ ਹੋਏ ਰਿਲੈਕਸ ਕਰੋ, ਸਮਾਈਲ ਕਰੋ, ਖੁਸ਼ ਹੋਵੋ। ਆਪਣੀ ਅੰਤਰ ਦ੍ਰਿਸ਼ਟੀ ਨੂੰ, ਆਪਣੀ ਇਨਰ ਗੇਜ਼ ਨੂੰ ਆਪਣੇ ਸਿਰ ਦੇ ਉੱਪਰ, ਆਪਣੇ ਵਾਲਾਂ ਦੇ ਵਿੱਚ, ਆਪਣੀ ਸਕੈਲਪ ਦੇ ਵਿੱਚ ਲੈ ਕੇ ਜਾਓ। ਤੁਹਾਡੇ ਵਾਲਾਂ ਦੇ ਵਿੱਚ ਵੀ ਤਣਾਵ ਹੈ, ਸਕੈਲਪ ਦੇ ਵਿੱਚ, ਸਿਰ ਦੇ ਅੰਦਰ ਬਹੁਤ ਬਹੁਤ ਤਣਾਵ ਹੈ, ਸੋਚਾਂ ਨਾਲ ਥੱਕੇ ਪਏ ਹੋ। ਮਹਿਸੂਸ ਕਰੋ ਕਿ ਤੁਹਾਡੇ ਸਿਰ ਦੇ ਵਿੱਚੋਂ ਤਣਾਵ, ਨੈਗੇਟਿਵਿਟੀ, ਓਵਰ ਥਿੰਕਿੰਗ ਰਿਲੀਜ਼ ਹੋ ਰਹੇ ਨੇ। ਮਹਾਰਾਜ ਜੀ ਤੁਹਾਡੀ ਓਵਰ ਥਿੰਕਿੰਗ, ਤੁਹਾਡੀ ਪੇਨ ਸਭ ਕੁਝ ਲੈ ਕੇ ਜਾ ਰਹੇ ਨੇ। ਅੰਤਰ ਦ੍ਰਿਸ਼ਟੀ ਦੇ ਨਾਲ ਆਪਣੇ ਨੋਜ਼ ਨੂੰ ਦੇਖਦੇ ਰਹੋ। ਮਹਿਸੂਸ ਕਰੋ
कोई सांस किस तरह आ रही है उसनों हुन कंट्रोल नहीं करना। जैसे भी आ रही है सांस उसनों महसूस करो, उसनों इंजॉय करो, उसनों देखो, उसकी गर्मी नू, उसकी ठंडक नू महसूस करो। गुरु दे घर च बैठिया, गुरु दे औरा दे अंदर तुहाडा सिर्फ अच्छा ही हो रहा है। हुन धीरे धीरे अपने ध्यान नू अपने थर्ड आई सेंटर विच ले जाओ और महसूस करो कि तुसी सेफ हो, प्रोटेक्टेड हो, हर तरह नाल परमात्मा दे नज़र दे विच हो, गुरु दी नज़र दे विच हो। और तुहाडे शरीर विच जो भी रुकावटां ने वो ठीक हो रही ने। लंबी गहरी सांस लेंदे जाओ और धीरे धीरे असी चैंटिंग शुरू करांगे। बंद अखां दे विच प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी। तीसरी अख च कॉन्सेंट्रेट करते हुए प्रभ अविनाशी अंतर्यामी, 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 प्रभ अविनाशी अंतर्यामी। सब जपो प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी। कोई जल्दी नहीं है, आराम दे नाल प्रभ अविनाशी अंतर्यामी, 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 प्रभ अविनाशी अंतर्यामी। थर्ड आई सेंटर दे विच इस महामंत्र, इस गुरु मंत्र दे नाल महसूस करो एक चोट। प्रभ अविनाशी अंतर्यामी, 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 प्रभ अविनाशी अंतर्यामी,
प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी। सभी जपो प्रभ अविनाशी अंतर्यामी, 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 प्रभ अविनाशी अंतर्यामी। खो जाओ इस मंत्र में, प्रभ अविनाशी अंतर्यामी, प्रभ अविनाशी अंतर्यामी,
प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी। सभी जपो, प्रभ अविनाशी अंतर्यामी, 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 प्रभ अविनाशी अंतर्यामी,
प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी। आनंद लो। प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी अंतर्यामी, प्रभ अविनाशी, 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 प्रभ अविनाशी। खोते जाओ। प्रभ अविनाशी, 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 प्रभ अविनाशी। शब्दों को खोते जाओ, फीलिंग्स को जगाओ। प्रभ अविनाशी, प्रभ अविनाशी, विनाशी, प्रभ अविनाशी, प्रभ अविनाशी, विनाशी, प्रभ अविनाशी, प्रभ अविनाशी, प्रभ मेरे प्रभु, 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 प्रभु। धीरे धीरे इस आवाज को भीतर ले जाओ। प्रभु, 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 प्रभु। थोड़ी देर मानसिक जाप करो। रीढ़ की हड्डी सीधी, मानसिक जप, ध्यान तीसरी आंख में तिलक वाले स्थान में। मानसिक जप। प्रभ अविनाशी अंतर्यामी, 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 प्रभ अविनाशी अंतर्यामी,
इस जप को अपनी थर्ड आई सेंटर में स्थापित करते जाओ। इंजॉय करो इस फीलिंग को, खो जाओ इसी मंत्र में। ध्यान भटके तो वापस सांसों पे लेके आओ। गहरी लंबी सांस। धीरे धीरे मानसिक जप को भी धीमा करते जाओ। महसूस करो आपके शरीर में क्या क्या बदलाव आए हैं। आप कितना आनंद, कितनी शांति महसूस कर रहे हो। शरीर हल्का फील हो रहा है, मन हल्का फील हो रहा है। थर्ड आई सेंटर पे कोई चेंजेस, कोई लाइट, कोई सेंसेशन, उसको महसूस करो, ऑब्जर्व करो। पूरे शरीर में कोई नई सेंसेशन, कोई कंपकपी, कोई शिवरिंग, कोई रिलैक्सेशन, जो भी आ रहा है उसको एंजॉय करो। कहीं दर्द है तो उसको भी एंजॉय करो और उस स्थान को देखते हुए महसूस करो कि वो लाइट हो रहा है। अब अपने दोनों हाथ नमस्कार की अवस्था में जोड़ें। लंबी गहरी सांस। थैंक यू गुरु महाराज जी कि आपने हमें अंतर की यात्रा का मौका दिया। हम इस लायक हैं या नहीं, हमें इस लायक बना लो। हम इसी जन्म में अंतर में उतर कर आपके दर्शन पाना चाहते हैं और अपने इस जन्म को हर तरह से सफल बनाना चाहते हैं। हमसे कोई भी गलती हुई हो तो प्लीज़ माफ़ कर दें और अपना दया, प्यार और आशीर्वाद का हाथ सदा हमारे सिर पर बनाए रखें। हमें भक्ति, सेवा और सिमरन बख्शें, इसी जन्म में ही नहीं, हर जन्म में। हम आपकी कृपा से सेवा, सिमरन, भक्ति और ज्ञान
पाते हुए संसार के माया जाल से मुक्त हूँ।